Hey students, so today we are going to start our next chapter, that is acid, base and salts. Acid मतलब तेजाब, base मतलब खारा and salt मतलब नमक. So we have the three categories, one is acid, base and salt. Generally ਅਸੀਂ ਸਾਇੰਸ ਦੇ ਵਿੱਚ ਕੀ ਕਹਿੰਦੇ ਆ ਕਿ ਐਸਿਡ ਉਹ ਆ ਜਿਹਦੇ ਕੋਲ H ਪੋਜ਼ਿਟਿਵ ਆਇਨਸ ਜ਼ਿਆਦਾ ਆ, ਬੇਸ ਉਹ ਆ ਜਿਹਦੇ ਕੋਲ OH ਨੈਗੇਟਿਵ ਆਇਨਸ ਆ, ਐਂਡ ਸੌਲਟ ਉਹ ਹੈ ਜਦੋਂ ਐਸਿਡ ਐਂਡ ਬੇਸ ਦੀ ਰਿਐਕਸ਼ਨ ਹੁੰਦੀ ਹੈ ਤਾਂ ਸਾਡੇ ਕੋਲ ਜੋ ਮਿਲਦਾ ਪ੍ਰੋਡਕਟ ਦੈਟ ਇਜ਼ ਸੌਲਟ. सो दिस इज़ द जो कि चैप्टर है इहदा ये मतलब है. सो दिस इज़ ऑल क्लीयर. सो नैक्सट वी हैव कि जो कि एसिड हो आ ਜਿਹੜੇ ਸੌਰ ਇਨ ਟੇਸਟ ਹੋਣ, ਖੱਟੇ ਹੋਣ ਜਾਂ ਜਿਨ੍ਹਾਂ ਦਾ ਚੇਂਜ ਕਲਰ ਹੋ ਜੇ ਫਰੋਮ ਬਲੂ ਲਿਟਮਸ ਟੂ ਰੈਡ. ਲਿਟਮਸ ਪੇਪਰ ਅਸੀਂ ਯੂਜ਼ ਕਰਦੇ ਹਾਂ. ਲਿਟਮਸ ਪੇਪਰ ਜਿਹੜਾ ਆ ਉਹ ਦੋ ਤਰ੍ਹਾਂ ਦਾ ਹੁੰਦਾ, ਵਨ ਇਜ਼ ਰੈਡ ਐਂਡ ਅਦਰ ਵਨ ਇਜ਼ ਬਲੂ. ਜੋ ਤਾਂ ਲਿਟਮਸ ਪੇਪਰ ਜਾਂ ਜੋ ਸਬਸਟਾਂਸ ਬਲੂ ਤੋਂ ਰੈਡ ਵਿੱਚ ਕਨਵਰਟ ਹੋ ਜੇ ਦੈਟ ਮੀਨਸ ਐਸਿਡ. ਅਗਰ ਰੈਡ ਤੋਂ ਬਲੂ 'ਚ ਕਨਵਰਟ ਹੋ ਜੇ ਦੈਟ ਮੀਨਸ ਬੇਸਿਕ ਇਨ ਨੇਚਰ. ਐਸਿਡ ਜਿਹੜੇ ਖੱਟੇ ਹੁੰਦੇ ਆ ਅਤੇ ਬੇਸਿਸ ਜਿਹੜੇ ਆ ਥੋੜ੍ਹੇ ਕੜਵੇ ਜਿਹੇ ਹੁੰਦੇ ਆ ਲਾਈਕ ਨਿੰਬੂ, ਉਹ ਬੇਸਿਕ ਇਨ ਨੇਚਰ ਆ. ਸੋ ਹੇਅਰ ਵੀ ਹੈਵ ਨੈਕਸਟ ਅਸੀਂ ਦੇਖਦੇ ਹਾਂ ਅੰਡਰਸਟੈਂਡਿੰਗ ਦਾ ਕੈਮੀਕਲ ਪ੍ਰੋਪਰਟੀਜ਼. ਹੁਣ ਐਸਿਡ ਐਂਡ ਬੇਸ ਲੈਬੋਰਟਰੀ ਦੇ ਵਿੱਚ ਕਿੱਦਾਂ ਆ, ਸਭ ਤੋਂ ਪਹਿਲਾਂ ਸਾਡੇ ਕੋਲ ਆਉਂਦੇ ਆ olfactory ਇੰਡੀਕੇਟਰਸ, ਮਤਲਬ ਜਿਨ੍ਹਾਂ ਨੂੰ ਸੁੰਘ ਕੇ ਅਸੀਂ ਦੱਸ ਦਈਏ ਵੀ ਇਹ ਐਸਿਡ ਆ ਕਿ ਬੇਸ ਆ. ਠੀਕ ਹੈ, ਸੋ ਇਹਨੂੰ ਕਹਿੰਦੇ ਆ ਅਸੀਂ olfactory ਇੰਡੀਕੇਟਰਸ. ਹੁਣ ਜਿੱਦਾਂ ਕਿ ਵਨੀਲਾ, ਅਨੀਅਨ, ਕਲਵ, ਇਹ ਸਭ ਸਾਨੂੰ ਸੁੰਘ ਕੇ ਪਤਾ ਲੱਗ ਜਾਂਦਾ ਹੈ ਵੀ ਕਿਹਦੀ ਸਮੈਲ ਆ. ਸੋ ਇਹਨਾਂ ਨੂੰ ਕਹਿੰਦੇ ਆ olfactory ਇੰਡੀਕੇਟਰਸ. ਹੁਣ ਐਸਿਡ ਐਂਡ ਬੇਸ ਰਿਐਕਟ ਕਿੱਦਾਂ ਕਰਦੇ ਆ ਮੈਟਲ ਦੇ ਨਾਲ. ਜਦੋਂ ਐਸਿਡ ਮੈਟਲ ਰਿਐਕਟ ਕਰਦੇ ਆ ਤਾਂ ਸਾਡੇ ਕੋਲ ਕੀ ਬਣਦਾ ਆ, ਸੌਲਟ ਪਲੱਸ ਹਾਈਡਰੋਜਨ ਗੈਸ ਜਿਹੜੀ ਨਿਕਲਦੀ ਆ. ਕੋਈ ਵੀ ਐਸਿਡ ਲੈ ਲਓ, ਸਪੋਜ਼ ਅਸੀਂ ਲੈ ਲਿਆ ਸੋਡੀਅਮ ਹਾਈਡਰੋਕਸਾਈਡ ਨੂੰ ਜ਼ਿੰਕ ਦੇ ਨਾਲ ਰਿਐਕਟ ਕੀਤਾ ਤੇ ਸਾਡੇ ਕੋਲ ਬਣਿਆ ਸੋਡੀਅਮ ਜ਼ਿੰਕੇਟ ਤੇ ਹਾਈਡਰੋਜਨ ਗੈਸ ਜਿਹੜੀ ਆ ਇਵੋਲਵ ਹੋਈ. ਸੋ ਨੈਕਸਟ ਵੀ ਹੈਵ ਸੋਡੀਅਮ ਹਾਈਡਰੋਕਸਾਈਡ ਇਜ਼ ਬੇਸਿਕ ਇਨ ਨੇਚਰ. ਰਿਐਕਸ਼ਨ ਸਾਡੇ ਕੋਲ ਇਸ ਟਾਈਮ ਬੇਸਿਕ ਦੀ ਆ. ਐਸਿਡ ਦੇ ਵਿੱਚ ਅਸੀਂ HCl ਲੈ ਲਿਆ ਪਲੱਸ ਉਹਦੇ ਨਾਲ ਕੋਈ ਵੀ ਮੈਟਲ ਲੈ ਲਿਆ ਤਾਂ ਉਹ ਆ. ਇਹ ਵਾਲੀ ਜਿਹੜੀ ਰਿਐਕਸ਼ਨ ਹੈ ਸਾਡੀ ਬੇਸਿਕ ਦੀ ਆ. ਸੋ ਹੇ ਨੈਕਸਟ ਵੀ ਹੈਵ ਹਾਊ ਡੂ ਮੈਟਲ ਕਾਰਬੋਨੇਟਸ ਐਂਡ ਮੈਟਲ ਹਾਈਡਰੋ. ਹੁਣ ਤੁਸੀਂ ਕੋਈ ਵੀ ਇੱਧਰ ਇੱਕ ਐਗਜ਼ਾਮਪਲ ਦੇਖਦੇ ਹਾਂ, ਸਾਡੇ ਕੋਲ ਮੈਟਲ ਕਾਰਬੋਨੇਟ ਹੈ, ਉਹਦੇ ਨਾਲ ਅਸੀਂ ਐਸਿਡ ਨੂੰ ਰਿਐਕਟ ਕੀਤਾ, ਸਾਡੇ ਕੋਲ ਕੀ ਬਣਿਆ ਸੌਲਟ, ਕਾਰਬਨ ਡਾਈਆਕਸਾਈਡ ਗੈਸ ਇਵੋਲਵ ਹੋਏਗੀ ਅਤੇ ਕੀ ਆਇਆ ਸਾਡੇ ਕੋਲ ਵਾਟਰ. ਸੌਲਟ ਦਾ ਬਣਨਾ ਅਤੇ ਨਾਲ ਉਹਦੇ ਕਾਰਬਨ ਡਾਈਆਕਸਾਈਡ ਅਤੇ ਵਾਟਰ ਦਾ ਬਣਨਾ, ਇਹ ਰਿਐਕਸ਼ਨ ਹੋ ਗਈ ਸਾਡੀ ਮੈਟਲ ਕਾਰਬੋਨੇਟ ਦੇ ਨਾਲ. ਹੁਣ ਕੋਈ ਵੀ ਹੋਰ ਰਿਐਕਸ਼ਨ ਹੈ ਐਸਿਡ ਜਾਂ ਬੇਸ ਦੀ. ਹੁਣ ਜਦੋਂ ਅਸੀਂ ਬੇਸ ਅਤੇ ਐਸਿਡ ਰਿਐਕਟ ਕੀਤਾ ਤਾਂ ਸਾਡੇ ਕੋਲ ਕੀ ਬਣਿਆ ਸੌਲਟ, ਜੋ ਮੈਂ ਤੁਹਾਨੂੰ ਚੈਪਟਰ ਦੇ ਸਟਾਰਟਿੰਗ 'ਤੇ ਦੱਸ ਦਿੱਤਾ ਸੀ. ਜਿੱਦਾਂ ਸਪੋਜ਼ ਬੇਸ ਆ ਗਿਆ ਸਾਡਾ, ਇੱਥੇ ਗਿਵਨ ਆ NaOH HCl, ਸਾਡੇ ਕੋਲ ਕੀ ਬਣਿਆ NaCl ਯਾਨੀ ਕਿ ਸੋਡੀਅਮ ਕਲੋਰਾਈਡ ਮਤਲਬ ਨਮਕ, ਨਾਲ ਸਾਡੇ ਕੋਲ ਕੀ ਆਇਆ ਵਾਟਰ. ਨੈਕਸਟ ਹੈ ਮੈਟੈਲਿਕ ਆਕਸਾਈਡਸ ਦੇ ਨਾਲ ਐਸਿਡ ਦੀ ਰਿਐਕਸ਼ਨ. ਮੈਟਲ ਆਕਸਾਈਡ ਨੂੰ ਰਿਐਕਟ ਕੀਤਾ ਐਸਿਡ ਦੇ ਨਾਲ ਅਤੇ ਕੀ ਬਣਿਆ ਸੌਲਟ, ਮਤਲਬ ਜੋ ਉਹਦਾ ਪ੍ਰੋਡਕਟ ਬਣਨਾ ਆ ਉਹ ਪਹਿਲਾਂ ਸੌਲਟ ਹੀ ਬਣੇਗਾ. ਹੁਣ ਹਾਈਡਰੋਜਨ ਨਿਕਲਣੀ ਆ, ਪਾਣੀ ਬਣਨਾ ਹੈ ਜਾਂ ਕਾਰਬਨ ਡਾਈਆਕਸਾਈਡ ਨਿਕਲਣੀ ਹੈ, ਰਿਐਕਸ਼ਨ 'ਤੇ ਡਿਪੈਂਡ ਕਰਦਾ ਆ. ਮਤਲਬ ਸੌਲਟ ਦਾ ਜਿਹੜਾ ਪ੍ਰੋਡਕਟ ਸਾਨੂੰ ਸੌਲਟ ਜਿਹੜਾ ਉਹ ਮਿਲਣਾ ਹੀ ਮਿਲਣਾ, ਚਾਹੇ ਕੋਈ ਵੀ ਮਿਲੇ, ਚਾਹੇ ਸੋਡੀਅਮ ਕਲੋਰਾਈਡ ਮਿਲੇ, ਸੋਡੀਅਮ ਜ਼ਿੰਕੇਟ ਮਿਲੇ, ਕੋਈ ਵੀ ਸੌਲਟ ਮਿਲੇ, ਸੋਡੀਅਮ ਹਾਈਡਰੋਕਸਾਈਡ ਸੌਰੀ ਉਹ ਤਾਂ ਬੇਸ ਆ, ਕੋਈ ਵੀ ਮਤਲਬ ਇਸ ਤਰ੍ਹਾਂ ਦਾ ਮਿਲੇ ਦੈਟ ਇਜ਼ ਸੌਲਟ. ਨੈਕਸਟ ਕੋਈ ਰਿਐਕਸ਼ਨ ਨੋਨ ਮੈਟੈਲਿਕ ਦੇ ਨਾਲ ਆ, ਉਸ ਤੋਂ ਬਾਅਦ ਵੀ ਸੇਮ ਰਿਐਕਸ਼ਨ ਅਸੀਂ ਕਰਾਂਗੇ, ਸਾਡੇ ਕੋਲ ਸੌਲਟ ਬਣੇਗਾ ਪਲੱਸ ਵਾਟਰ ਜਿਹੜਾ ਇਵੋਲਵ ਹੋਏਗਾ. ਹੁਣ ਜਿਹੜੀਆਂ ਰਿਐਕਸ਼ਨਸ ਦੇ ਵਿੱਚ ਅਸੀਂ ਕਰਦੇ ਉਹ 'ਚ ਕਾਮਨ ਕੀ ਆ, ਹਮੇਸ਼ਾ ਜਿਹੜੀ ਵੀ ਹੈ ਹਾਈਡਰੋਜਨ ਗੈਸ ਜਿਹੜੀ ਇਵੋਲਵ ਹੁੰਦੀ ਹੈ. ਚਾਹੇ ਤੁਸੀਂ ਰਿਐਕਸ਼ਨ ਐਸਿਡ ਨਾ ਕਰੋ, ਬੇਸ ਨਾ ਕਰੋ, ਮੈਟਲ ਨਾ ਕਰੋ, ਮੈਟਲ ਆਕਸਾਈਡ ਨਾ ਕਰੋ, ਮੈਟਲ ਹਾਈਡਰੋਕਸਾਈਡ ਨਾ ਕਰੋ, ਕਿਸੇ ਨਾਲ ਵੀ ਕਰੋ, ਮਤਲਬ ਕਾਮਨ ਜਿਹੜੀ ਆ ਹਾਈਡਰੋਜਨ ਗੈਸ ਜਿਹੜੀ ਇਵੋਲਵ ਹੁੰਦੀ ਹੀ ਹੁੰਦੀ ਆ. ਸੋ ਇਹ ਸਾਰੀਆਂ ਰਿਐਕਸ਼ਨਸ ਦੇ ਵਿੱਚ ਕਾਮਨ ਆ. ਹੁਣ ਬਹੁਤ ਸਾਰੀਆਂ ਐਸੀਆਂ ਰਿਐਕਸ਼ਨਸ ਅਗਰ ਸਪੋਜ਼ ਅਸੀਂ ਗਲੂਕੋਜ਼ ਜਾਂ ਐਲਕੋਹਲ ਯੂਜ਼ ਕਰੀਏ ਤਾਂ ਇਹਨਾਂ ਦੇ ਵਿੱਚ ਹਾਈਡਰੋਜਨ ਗੈਸ ਇਵੋਲਵ ਨਹੀਂ ਹੋਏਗੀ. ਮੋਰ ਓਵਰ ਇਹ ਜਿਹੜੀਆਂ ਰਿਐਕਸ਼ਨਸ ਜਿਹੜੀਆਂ ਗਲੂਕੋਜ਼ ਜਾਂ ਐਲਕੋਹਲ ਦੀਆਂ ਰਿਐਕਸ਼ਨ ਜਿਹਦੇ ਨਾਲ ਹੋਣ ਤਾਂ ਇਹ ਡਿਸੋਸੀਏਸ਼ਨ 'ਚ ਨਹੀਂ ਜਾਂਦੀਆਂ. ਡਿਸੋਸੀਏਸ਼ਨ 'ਚ ਨਾ ਜਾ ਕੇ ਸਾਨੂੰ H ਪੋਜ਼ੀਟਿਵ ਆਇਨਸ ਨਹੀਂ ਦਿੰਦੀਆਂ. ਮਤਲਬ ਜੋ ਚੀਜ਼ਾਂ ਸਾਨੂੰ H ਪੋਜ਼ੀਟਿਵ ਆਇਨਸ ਨਹੀਂ ਦੇ ਰਹੀਆਂ, ਮਤਲਬ ਕਿ ਉਹਨਾਂ ਦੇ ਵਿੱਚ ਹਾਈਡਰੋਜਨ ਆਇਨਸ ਦੀ ਕੰਟੈਂਟ ਜਿਹੜਾ ਘੱਟ ਆ, ਉਹ ਇਲੈਕਟ੍ਰੀਸਿਟੀ ਪ੍ਰੋਡਿਊਸ ਵੀ ਨਹੀਂ ਕਰ ਸਕਦਾ. ਇਲੈਕਟ੍ਰੀਸਿਟੀ ਪ੍ਰੋਡਿਊਸ ਕਰਨ ਲਈ ਸਾਡੇ ਕੋਲ H ਪੋਜ਼ੀਟਿਵ ਆਇਨਸ ਜ਼ਿਆਦਾ ਹੋਣੇ ਬਹੁਤ ਜ਼ਰੂਰੀ ਹੈ. ਸੋ ਗਲੂਕੋਜ਼ ਐਂਡ alcohol can't produce the electricity as the salt water does.
ਨੈਕਸਟ ਵੀ ਹੈਵ ਵਟ ਹੈਪਨਸ ਟੂ ਐਸਿਡ ਔਰ ਬੇਸ। ਇਹੀ ਤੁਹਾਨੂੰ ਮੈਂ ਐਗਜ਼ਾਮਪਲ ਇਹੀ ਵਾਲੀ ਦਿੱਤੀ ਹੈ ਕਿ ਐਸਿਡ ਅਤੇ ਬੇਸ ਦੇ ਨਾਲ ਅਸੀਂ ਜਦੋਂ ਵਾਟਰ ਨਾਲ ਐਡ ਕਰਦੇ ਹਾਂ ਤਾਂ ਕੀ ਹੁੰਦਾ, ਉਹ ਇਹੀ ਰਿਐਕਸ਼ਨ ਹੈ ਕਿ ਜਦੋਂ ਅਸੀਂ ਐਸਿਡ ਨੂੰ ਵਾਟਰ ਦੇ ਨਾਲ ਰਿਐਕਟ ਕਰਦੇ ਹਾਂ ਤਾਂ ਸਾਡੇ ਹਾਈਡਰੋਨੀਅਮ ਆਇਨ ਅਤੇ ਕਲੋਰੀਨ ਆਇਨ ਨਿਕਲਦੇ ਆ। ਇਹ ਦਿਸ ਇਜ਼ H3 ਪੋਜ਼ੀਟਿਵ ਆਇਨਸ, ਕਿਉਂਕਿ ਇਹਦੇ ਵਿੱਚ ਐਜ਼ ਪੋਜ਼ੀਟਿਵ ਆਇਨਸ ਇਕੱਲੇ ਨਹੀਂ ਨਿਕਲ ਸਕਦੇ, ਇਸ ਕਰਕੇ ਹਾਈਡਰੋਨੀਅਮ ਆਇਨਸ ਬਣਦੇ ਆ ਅਤੇ ਕਲੋਰੀਨ ਆਇਨਸ ਜਿਹੜੇ ਆ ਨਿਕਲਦੇ ਆ ਨਾਲ। ਸੋ ਹੇਅਰ ਵੀ ਹੈਵ ਨੈਕਸਟ, ਇਹ ਸਾਰੀਆਂ ਸੇਮ ਰਿਐਕਸ਼ਨਸ ਹੈ। ਹੁਣ ਇਹਦੇ ਵਿੱਚ ਪ੍ਰੋਸੈਸ ਹੈ, ਇੱਕ ਇੰਪੋਰਟੈਂਟ ਕੁਐਸਚਨ ਹੈ ਕਿ ਐਸਿਡ ਦੇ ਵਿੱਚ ਪਾਣੀ ਨੂੰ ਪਾਉਣਾ ਚਾਹੀਦਾ ਕਿ ਪਾਣੀ ਵਿੱਚ ਐਸਿਡ ਨੂੰ ਪਾਉਣਾ ਚਾਹੀਦਾ। ਸੋ ਇੱਥੇ ਲਿਖਿਆ ਤਾਂ ਐਸਿਡ ਮਸਟ ਬੀ ਆਲਵੇਜ਼ ਐਡਿਡ ਸਲੋਲੀ ਟੂ ਵਾਟਰ, ਕਿਉਂਕਿ ਜਦੋਂ ਇਹਦੇ ਵਿੱਚ ਦੋ ਰਿਐਕਸ਼ਨਸ ਹੁੰਦੀਆਂ, ਵਨ ਇਜ਼ ਐਕਸੋਥਰਮਿਕ ਐਂਡ ਐਂਡੋਥਰਮਿਕ। ਜਦੋਂ ਅਸੀਂ ਐਸਿਡ ਨੂੰ ਪਾਣੀ ਵਿੱਚ ਪਾਉਂਦੇ ਹਾਂ ਤਾਂ ਉੱਥੋਂ ਐਸਿਡ ਨੂੰ ਹਮੇਸ਼ਾ ਪਾਣੀ 'ਚ ਪਾਈ ਜਾਂਦਾ। ਜੇਕਰ ਅਸੀਂ ਪਾਣੀ ਨੂੰ ਐਸਿਡ ਵਿੱਚ ਪਾ ਦਿੰਦੇ ਹਾਂ ਤਾਂ ਹੀਟ ਜਨਰੇਟਿਡ ਹੋਊਗੀ, ਜਿਹਦੇ ਕਰਕੇ ਸਪਲੈਸ਼ ਹੋਣ ਦਾ ਵੀ ਡਰ ਆ, ਮਤਲਬ ਫਟਣ ਦਾ ਵੀ ਡਰ ਆ। ਇਸ ਕਰਕੇ ਹਮੇਸ਼ਾ ਐਸਿਡ ਪਾਉਂਦੇ ਹਾਂ ਪਾਣੀ ਦੇ ਵਿੱਚ ਹੌਲੀ ਹੌਲੀ, ਕਿਉਂਕਿ ਪਾਣੀ ਦਾ ਕੰਟੈਂਟ ਜ਼ਿਆਦਾ ਆਪਾਂ ਲੈਣਾ ਅਤੇ ਐਸਿਡ ਦਾ ਥੋੜ੍ਹਾ ਲੈਣਾ। ਨੈਕਸਟ ਵੀ ਹੈਵ ਹਾਊ ਸਟਰੋਂਗ ਐਸਿਡ ਔਰ ਬੇਸ ਸੋਲਿਊਸ਼ਨ। ਹੁਣ ਇਹ ਸਾਨੂੰ ਕਿੱਦਾਂ ਪਤਾ ਲੱਗੇਗਾ, ਅਸੀਂ pH ਟੇਬਲ ਤੋਂ ਦੇਖਦੇ ਹਾਂ। ਅਗਰ ਤਾਂ ਇੱਥੇ 7 ਜਿਹੜਾ ਹੈ ਉਹ ਨਿਊਟਰਲ ਆ, ਅਗਰ 7 ਦੇ ਇੱਧਰ ਜਾ ਰਿਹਾ ਤਾਂ ਮਤਲਬ ਐਸਿਡ ਆ, 7 ਤੋਂ ਉੱਪਰ ਜਾ ਰਿਹਾ ਤਾਂ ਬੇਸਿਕ ਇਨ ਨੇਚਰ। 7 ਜਿਹੜਾ ਗ੍ਰੀਨ ਕਲਰ ਆ ਨਿਊਟਰਲ ਸ਼ੋ ਕਰਦਾ ਆ, ਅਤੇ 7 ਤੋਂ ਬਿਲੋ ਆ ਉਹ ਐਸਿਡ ਆ ਸਾਰੇ, 7 ਤੋਂ ਉੱਪਰ ਜਿੰਨਾ pH ਆ ਉਹ ਬੇਸਿਕ ਹੈ ਸਾਰੇ। ਅਸੀਂ ਜਿਹੜਾ ਹੈ pH ਮੀਟਰ ਯੂਜ਼ ਕਰਦੇ ਹਾਂ, ਇਹ ਸਾਡੇ ਕੋਲ ਐਜ਼ ਇਟ ਇਜ਼ ਅਵੇਲੇਬਲ ਹੁੰਦਾ ਆ, ਪਲੇਨ ਹੁੰਦਾ ਐਕਚੁਅਲੀ ਇਹ pH ਮੀਟਰ ਆ। ਸਾਡੇ ਕੋਲ pH ਪੇਪਰ ਹੁੰਦਾ, ਅਸੀਂ ਉਹਨੂੰ ਕਿਸੇ ਐਸਿਡ 'ਚ ਡਿਪ ਕਰਦੇ ਹਾਂ, ਇੰਨਾ ਕੁ ਡਿਪ ਹੁੰਦਾ ਆ। ਇੰਨਾ ਕੁ ਡਿਪ ਕਰਨ ਤੋਂ ਬਾਅਦ ਥੋੜ੍ਹੀ ਦੇਰ ਅਸੀਂ ਕੁਝ ਸੈਕਿੰਡ ਵੇਟ ਕਰਦੇ ਹਾਂ ਤਾਂ ਆਪਣਾ ਕਲਰ ਚੇਂਜ ਕਰਦਾ। ਜੇ ਉਹਦਾ ਕਲਰ ਸਪੋਜ਼ ਕਰੋ 1 ਆ ਗਿਆ ਤਾਂ ਇਟ ਮੀਨਸ ਕਿ ਐਸਿਡ ਆ। ਜੇ ਉਹਦਾ ਸਪੋਜ਼ ਕਰੋ ਕਲਰ ਆਹ ਵਾਲਾ ਆਇਆ 13 ਨੰਬਰ ਵਾਲਾ, ਯਾਨੀ ਕਿ ਬੇਸਿਕ ਆ, ਕਿਉਂਕਿ 7 ਅਸੀਂ ਜਿਹੜਾ ਆ ਪਿਓਰ ਵਾਟਰ ਦਾ ਕਹਿੰਦੇ ਆ, ਜਿਹਨੂੰ ਕਿ ਨਿਊਟਰਲ ਕਹਿੰਦੇ ਆ, ਨਾ ਉਹ ਐਸਿਡ ਆ ਨਾ ਉਹ ਬੇਸ ਆ, ਉਹ ਕਿਹੜਾ ਆ 7। ਹੁਣ ਇੰਪੋਰਟੈਂਸ ਆਫ pH ਤੇ ਕੀ ਹੈ, ਹੁਣ ਪਲਾਂਟਸ ਅਤੇ ਐਨੀਮਲਸ ਦੇ ਵਿੱਚ pH ਕੀ ਹੈ, ਜਿਹੜੀ pH ਸਾਡੀ ਬੋਡੀ ਕੰਮ ਕਰਦੀ ਹੈ ਉਹ ਨਿਊਟਰਲ ਆ, 7.8 ਦੇ ਵਿੱਚ ਕੰਮ ਕਰਦੀ ਹੈ, ਨਾ ਇਹ ਤੋਂ ਜ਼ਿਆਦਾ ਨਾ ਇਹ ਤੋਂ ਘੱਟ। ਹੁਣ ਅਗਰ ਪਲਾਂਟਸ ਦੇ ਵਿੱਚ ਵੀ ਇੱਦਾਂ ਹੀ ਆ, ਪਾਣੀ ਦਾ ਕੰਟੈਂਟ ਆ ਜਿਹੜਾ ਉਹ 7 ਤੋਂ 7.8 ਹੀ ਆ। ਅਗਰ ਸਪੋਜ਼ ਕਰੋ ਉਹ ਪਾਣੀ ਦਾ ਕੰਟੈਂਟ ਜਿਹੜਾ 5.6 ਆ, ਮਤਲਬ ਕਿ ਐਸਿਡ ਹੋ ਗਿਆ ਉਹਦੇ ਵਿੱਚ ਜ਼ਿਆਦਾ, ਤਾਂ ਉਹਨੂੰ ਅਸੀਂ ਕੀ ਕਹਾਂਗੇ ਐਸਿਡ ਰੇਨ। ਜਦੋਂ ਅਸੀਂ ਮੀਂਹ ਦਾ ਪਾਣੀ ਕਿਸੇ ਕੰਟੇਨਰ 'ਚ ਲੈ ਕੇ ਦੇਖਦੇ ਹਾਂ ਅਤੇ ਉਹਦੇ 'ਚ pH ਪੇਪਰ ਡਿਪ ਕਰਦੇ ਹਾਂ, ਅਗਰ ਉਹਦਾ pH ਵੈਲਿਊ ਜਿਹੜੀ 5.6 ਜਾਂ 7 ਤੋਂ ਘੱਟ ਆਵੇ ਤਾਂ ਮਤਲਬ ਕਿ ਉਹ 'ਚ ਐਸਿਡ ਕੰਟੈਂਟ ਜ਼ਿਆਦਾ ਆ, ਅਤੇ ਯਾਨੀ ਕਿ ਉਹ ਐਸਿਡ ਰੇਨ ਮੰਨੀ ਜਾਏਗੀ। ਸੋਇਲ ਦਾ ਵੀ ਸੇਮ ਹੀ ਆ। ਨੈਕਸਟ ਵੀ ਹੈਵ ਡਾਈਜੈਸਟਿਵ ਸਿਸਟਮ। ਹੁਣ ਫੂਡ ਦੇ ਵਿੱਚ HCl ਦਾ ਬਹੁਤ ਵੱਡਾ ਰੋਲ ਆ। HCl ਕੀ ਕਰਦਾ ਹੈ ਕਿ ਸਾਡੇ ਖਾਣੇ ਨੂੰ ਪਚਾਉਣ ਲਈ ਹੈਲਪ ਕਰਦਾ ਆ। ਅਗਰ ਸਪੋਜ਼ ਕਰੋ ਕਿ ਅਸੀਂ ਕੋਈ ਠੰਡਾ ਖਾਣਾ ਖਾ ਲਿਆ, ਕੋਈ ਮਾਈਕਰੋ ਔਰਗੈਨਿਜ਼ਮ ਚਲੇ ਜਾਂਦੇ ਆ, ਤਾਂ HCl ਕੀ ਕਰਦਾ ਆ, ਉਸ ਮਾਈਕਰੋ ਔਰਗੈਨਿਜ਼ਮ ਨੂੰ ਮਾਰ ਦਿੰਦਾ, ਸਾਨੂੰ ਡਿਜ਼ੀਜ਼ ਹੋਣ ਤੋਂ ਬਚਾਉਂਦਾ ਆ। ਅਤੇ ਅਗਰ ਅਸੀਂ ਇਹਦੇ ਵਿੱਚ HCl ਨਾ ਹੋਵੇ ਜਾਂ HCl ਦਾ ਕੰਟੈਂਟ ਬਹੁਤ ਜ਼ਿਆਦਾ ਹੋ ਜਾਏ ਤਾਂ ਸਾਨੂੰ ਫਿਰ ਐਂਟਾਸਿਡ ਲੈਣਾ ਪੈਂਦਾ। ਐਸਿਡਿਟੀ ਹੋਣ ਦਾ ਕਾਰਨ ਕੀ ਹੈ ਕਿ ਜਿਹੜਾ ਪੇਟ ਦੇ ਵਿੱਚ HCl ਆ ਉਹ ਬਹੁਤ ਜ਼ਿਆਦਾ ਵੱਧ ਜਾਂਦਾ ਆ, ਤਾਂ ਉਹਨੂੰ ਕਿਉਰ ਕਰਨ ਲਈ ਅਸੀਂ ਐਂਟਾਸਿਡ ਲੈਂਦੇ ਹਾਂ, ਜੋ ਕਿ ਬੇਸ ਹੁੰਦੇ ਆ। ਠੀਕ ਹੈ, ਐਂਟ ਮਤਲਬ ਉਹਦੇ ਅਗੇਂਸਟ, ਐਸਿਡ ਮਤਲਬ ਐਸਿਡ ਦੇ ਅਗੇਂਸਟ ਕੰਮ ਕਰਨਾ, ਉਹਨੂੰ ਕਹਿੰਦੇ ਆ ਐਂਟਾਸਿਡ। ਸੋ ਡਾਈਜੈਸਟਿਵ ਸਿਸਟਮ ਦੇ ਵਿੱਚ pH ਦਾ ਅਤੇ ਹਾਈਡਰੋਕਲੋਰਿਕ ਐਸਿਡ ਦਾ ਬਹੁਤ ਵੱਡਾ ਰੋਲ ਆ। ਹੁਣ ਜਦੋਂ ਟੂਥ ਡਿਕੇ ਹੁੰਦਾ, ਦੰਦਾਂ 'ਤੇ ਕੀੜਾ ਕਿਉਂ ਲੱਗਦਾ, ਜਦੋਂ pH ਜਿਹੜੀ ਹੈ ਮਾਊਥ ਦੀ 5.5 ਤੱਕ ਹੋ ਜੇ, ਇਸ ਕਰਕੇ ਉਹ ਜਿਹੜਾ ਦੰਦਾਂ 'ਤੇ ਕੀੜਾ ਲੱਗ ਜਾਂਦਾ, ਜਦ ਕਿ ਨੋਰਮਲ ਹਿਊਮਨ ਬੋਡੀ ਕਿਤੇ ਕੰਮ ਕਰਦੀ ਹੈ 7 ਜਾਂ 7.5 'ਤੇ। ਹੁਣ ਸੈਲਫ ਡਿਫੈਂਸ ਲਈ ਹੁਣ ਕੋਈ ਵੀ ਸਾਨੂੰ ਪੇਨ ਹੋ ਜਾਏ, ਅਗਰ ਸਾਨੂੰ ਭੂੰਡ ਨੇ ਕੱਟ ਲਿਆ ਆ ਜਾਂ ਵੀ ਸਾਡੇ ਕੋਈ ਕੀੜੀ ਲੜ ਗਈ, ਤਾਂ ਅਸੀਂ ਉੱਤੇ ਕੀ ਕਰਦੇ ਹਾਂ, ਬੇਕਿੰਗ ਸੋਡਾ ਪਾ ਦਿੰਦੇ, ਜਿਹਨੂੰ ਮਿੱਠਾ ਸੋਡਾ ਕਹਿੰਦੇ ਆ, ਉਹ ਪਾ ਦਿੰਦੇ ਆ। ਉਹ ਜਿਹੜਾ ਜ਼ਹਿਰ ਹੁੰਦਾ ਉਹਦਾ ਉਹ ਤੋਂ ਸਾਨੂੰ ਰਿਲੀਫ ਮਿਲਦੀ ਆ। ਯਾਨੀ ਕਿ ਉਹ ਜਿਹੜਾ ਉਹਨੇ ਸਾਡੇ ਵਿੱਚ ਇੰਜੈਕਟ ਕੀਤਾ ਹੁੰਦਾ, ਕੋਈ ਭੂੰਡ ਲੜਿਆ ਹੋਵੇ, ਕੋਈ ਵੈਸਪ ਜਿਹਨੂੰ ਕਹਿੰਦੇ ਆ ਲੜ ਗਿਆ ਆ, ਤਾਂ ਸਟਿੰਗ ਕਰ ਦਿੱਤਾ ਆ, ਤਾਂ ਉਹ ਆਪਣਾ ਐਸਿਡ ਛੋੜ ਦਿੰਦਾ ਆ, ਤਾਂ ਉਹ ਜਿਹੜਾ ਬੇਕਿੰਗ ਸੋਡਾ ਹੈ ਉਹ ਐਜ਼ ਅ ਬੇਸ ਕੰਮ ਕਰਦਾ। ਐਸਿਡ ਦੇ ਵਿੱਚ ਅਗਰ ਐਸਿਡ ਜ਼ਿਆਦਾ ਵੱਧ ਗਿਆ ਆ ਤਾਂ ਫਿਰ ਅਸੀਂ ਉਹ 'ਚ ਬੇਸ ਪਾ ਦਿੰਦੇ ਹਾਂ, ਜੇ ਬੇਸ ਵੱਧ ਗਿਆ ਤਾਂ ਐਸਿਡ ਪਾ ਦਿੰਦੇ ਹਾਂ, ਸੋ ਦੈਟ ਕਿ ਅਸੀਂ ਰਿਐਕਸ਼ਨ ਨੂੰ ਨਿਊਟਰਲਾਈਜ਼ ਕਰ ਸਕੀਏ। ਇਸੇ ਤਰ੍ਹਾਂ ਹੀ ਇੱਦਾਂ ਕਿ ਜਦੋਂ ਸਾਡੇ ਕੋਈ ਭੂੰਡ ਲੜ ਜਾਵੇ ਤਾਂ ਉਹ 'ਚ ਐਸਿਡ ਕੰਟੈਂਟ ਜ਼ਿਆਦਾ ਹੁੰਦਾ, ਇਸ ਕਰਕੇ ਅਸੀਂ ਉਹਨੂੰ ਬੇਕਿੰਗ ਸੋਡਾ ਉਹਦੇ ਉੱਪਰ ਲਾ ਦਿੰਦੇ ਹਾਂ, ਸੋ ਦੈਟ ਕਿ ਸਾਨੂੰ ਉਸ ਚੀਜ਼ ਤੋਂ ਰਿਲੀਵ ਮਿਲ ਸਕੇ। ਨੈਕਸਟ ਹੈ ਮੋਰ ਅਬਾਊਟ ਸੋਲਟਸ। ਹੁਣ ਸਭ ਤੋਂ ਪਹਿਲਾਂ ਅਸੀਂ ਕਾਮਨ ਯੂਜ਼ pH ਆਫ ਸੋਲਟ ਦੇ ਵਿੱਚ ਅਸੀਂ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਦਿੱਤਾ ਕਿ 7 ਅਸੀਂ ਨਿਊਟਰਲ ਮੰਨਦੇ ਹਾਂ, 7 ਤੋਂ ਉੱਪਰ ਜਿਹੜਾ ਉਹ ਬੇਸ ਹੈ, 7 ਤੋਂ ਨੀਚੇ ਜਿਹੜਾ ਐਸਿਡ ਹੈ।
ਹੁਣ ਕਾਮਨ ਸੋਲਟ ਦਾ ਕੀ ਕੰਮ ਹੈ? ਇਹ ਸਭ ਨੂੰ ਪਤਾ ਕਿ ਕਾਮਨ ਸੋਲਟ ਅਸੀਂ ਆਪਣੀ ਕੁਕਿੰਗ ਦੇ ਵਿੱਚ ਯੂਜ਼ ਕਰਦੇ ਹਾਂ। ਹੋਰ ਕਾਮਨ ਸੋਲਟ ਦਾ ਕੀ ਕੰਮ ਆ? ਅਸਲ ਦੇ ਵਿੱਚ ਜਿਹੜਾ ਸਾਡੀ ਬਾਡੀ ਦੇ ਵਿੱਚ Na ਪੋਜ਼ੀਟਿਵ ਆਇਨਸ ਅਤੇ Cl ਨੈਗੇਟਿਵ ਆਇਨਸ ਜੋ ਕਿ ਸਾਨੂੰ NaCl ਤੋਂ ਮਿਲਦੇ ਆ, ਇਹ ਜਦੋਂ ਡਿਸੋਸੀਏਟ ਹੁੰਦੇ ਆ ਜਾਂ ਟੁੱਟਦੇ ਆ ਤਾਂ ਸਾਨੂੰ ਆਹ ਆਇਨਸ ਮਿਲਦੇ ਆ, ਔਰ ਇਹ ਆਇਨਸ ਸਾਡੀ ਬਾਡੀ ਦੇ ਵਿੱਚ ਬਹੁਤ ਵੱਡਾ ਰੋਲ ਪਲੇ ਕਰਦੇ ਆ। ਸਾਡੀ ਬਾਡੀ ਦੇ ਵਿੱਚ ਜਿਹੜੀ ਇਲੈਕਟ੍ਰੋਲਿਸਿਸ ਆ ਉਹਨਾਂ ਨੂੰ ਬੈਲੈਂਸ ਰੱਖਦੇ ਆ। ਅਗਰ ਸਪੋਜ਼ ਕਿਸੇ ਨੂੰ ਡਾਇਰੀਆ ਹੋ ਜਾਏ, ਡਾਇਰੀਆ ਮਤਲਬ ਕਿ ਬਹੁਤ ਜ਼ਿਆਦਾ ਲੂਜ਼ ਮੋਸ਼ਨ ਲੱਗ ਜਾਣਾ, ਤਾਂ ਉਹਨੂੰ ORS ਦਿੱਤਾ ਜਾਂਦਾ। ORS ਦੇ ਵਿੱਚ ਅਸਲ ਦੇ ਵਿੱਚ ਕੀ ਹੁੰਦਾ? ਇਲੈਕਟ੍ਰੋਲਾਈਟਸ, ਯਾਨੀ ਕਿ ਆਹ ਵਾਲੇ ਆਇਨਸ। ਅਗਰ ਤੁਸੀਂ ਸਿੰਪਲ ਪਾਣੀ ਦੇ ਵਿੱਚ ਉਹਨੂੰ ਨਿੰਬੂ ਜਾਂ ਨਮਕ ਘੋਲ ਕੇ ਵੀ ਦੇ ਦਿਓ ਤਾਂ ਉਹ ਇਲੈਕਟ੍ਰੋਲਾਈਟਸ ਜਿਹੜੇ ਪੂਰੇ ਹੋ ਜਾਂਦੇ। ਸੋ ਇਹ ਇਲੈਕਟ੍ਰੋਲਾਈਟ ਸਾਡੀ ਬਾਡੀ ਦੇ ਬੈਲੈਂਸ ਨੂੰ ਮੇਨਟੇਨ ਕਰਦੇ ਆ। ਇਹ ਬਾਡੀ ਦੇ ਵਿੱਚ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੇ ਆ। ਹਰ ਇੱਕ ਸੋਲਟ ਦਾ, ਹਰ ਇੱਕ ਆਇਨ ਦਾ ਆਪਣਾ ਵੱਖਰਾ ਰੋਲ ਆ। ਸੋ ਹੁਣ ਅਸੀਂ ਦੇਖੀਏ ਕਿ ਕਾਮਨ ਸੋਲਟ ਸਾਨੂੰ ਮਿਲਦਾ ਕਿੱਥੋਂ ਆ। ਅਸਲ ਦੇ ਵਿੱਚ ਸੀ ਵਾਟਰਸ ਤੋਂ ਮਿਲਦਾ ਹੈ, ਲੇਕਿਨ ਅਗਰ ਇਹਦੇ ਵਿੱਚ ਜਿਹੜੇ ਡਿਪੋਜੀਸ਼ਨ ਆਫ ਸੋਲਿਡ ਸੋਲਟ ਜ਼ਿਆਦਾ ਹੋ ਜਾਵੇ ਜਾਂ ਬਰਾਊਨ ਪਾਰਟ ਜ਼ਿਆਦਾ ਹੋਵੇ, ਲਾਰਜ ਕ੍ਰਿਸਟਲਸ ਹੋਣ, ਬਰਾਊਨ ਹੋਣ, ਤਾਂ ਉਹਨੂੰ ਰੌਕ ਸੋਲਟ ਕਹਿੰਦੇ ਹਾਂ, ਜਿਹਨੂੰ ਅਸੀਂ ਕਾਲਾ ਨਮਕ ਕਹਿ ਦਿੰਦੇ ਹਾਂ ਜਾਂ ਸਮੁੰਦਰੀ ਨਮਕ ਕਹਿ ਦਿੰਦੇ ਹਾਂ। ਸੋ ਨੈਕਸਟ ਵੀ ਹੈਵ ਕਾਮਨ ਸੋਲਟ ਨੂੰ ਅਸੀਂ ਇੱਕ ਰॉ ਮਟੀਰੀਅਲ ਯੂਜ਼ ਕਰਦੇ ਹਾਂ। ਮਤਲਬ ਅਸੀਂ ਕਾਮਨ ਸੋਲਟ ਨੂੰ ਕਿਸੇ ਹੋਰ ਦੇ ਨਾਲ ਯੂਜ਼ ਕਰੀਏ, ਸਪੋਜ਼ NaCl ਨੂੰ ਵਾਟਰ ਦੇ ਨਾਲ ਯੂਜ਼ ਕਰੀਏ ਤਾਂ ਸੋਡੀਅਮ ਹਾਈਡਰੋਕਸਾਈਡ ਬੇਸ ਬਣਦਾ ਸਾਡੇ ਕੋਲ। ਸੋਡੀਅਮ ਹਾਈਡਰੋਕਸਾਈਡ ਨੂੰ ਅਸੀਂ ਫਰਦਰ ਕਿੰਨੀਆਂ ਚੀਜ਼ਾਂ 'ਚ ਯੂਜ਼ ਕਰਦੇ ਹਾਂ। ਇਹਨੂੰ ਸੋਡੀਅਮ ਸੋਲਿਊਸ਼ਨ ਜਿਹੜਾ NaCl ਸੋਲਿਊਸ਼ਨ ਹੈ, ਇਹਨੂੰ ਬ੍ਰਾਈਨ ਵੀ ਕਹਿੰਦੇ ਆ। ਜਦੋਂ ਗਲੂਕੋਜ਼ ਦੀਆਂ ਬੋਤਲਾਂ ਲੱਗਦੀਆਂ ਆ, ਇੱਕ ਤਾਂ ਹੁੰਦੀ ਆ DNS, ਜਦੋਂ ਤੁਸੀਂ ਕਦੇ ਦੇਖਿਆ ਹੋਵੇ ਕਿਸੇ ਨੂੰ DNS ਲੱਗਦਾ ਆ, ਉਹਦੇ ਵਿੱਚ ਕੀ ਹੁੰਦਾ? ਡੈਕਸਟਰੋਜ਼ ਨੋਰਮਲ ਸਲਾਈਨ ਜਾਂ ਫਿਰ NS ਲੱਗਦਾ, ਇਹਨੂੰ ਕਹਿੰਦੇ ਨੋਰਮਲ ਸਲਾਈਨ। ਅਸਲ ਦੇ ਵਿੱਚ ਇਹ ਕੀ ਹੁੰਦਾ ਆ? ਸੋਡੀਅਮ ਕਲੋਰਾਈਡ ਸੋਲਿਊਸ਼ਨ ਹੁੰਦਾ, ਯਾਨੀ ਕਿ ਨਮਕ ਵਾਲਾ ਪਾਣੀ ਹੁੰਦਾ ਆ। ਔਰ ਇਹ ਜਿਹੜਾ ਆ ਆਪਾਂ IV ਮਤਲਬ ਇੰਟਰਾਵੀਨਸ ਉਸ ਤੋਂ ਇਸ ਕਰਕੇ ਦਿੰਦੇ ਹਾਂ ਕਿਉਂਕਿ ਉੱਥੇ ਜਿਹੜੀ ਸੋਲਿਬਿਲਿਟੀ ਆ ਉਹ ਜ਼ਿਆਦਾ। ਔਰ ਇਹ ਜਿਹੜਾ ਸੋਲਿਊਸ਼ਨ ਅਸੀਂ ਘਰ 'ਚ ਨਹੀਂ ਦੇ ਸਕਦੇ ਇੱਦਾਂ ਹੀ, ਕਿਉਂਕਿ ਇਹ ਵਾਲਾ ਜਿਹੜਾ ਸੋਲਿਊਸ਼ਨ ਬਣਿਆ ਹੋਇਆ ਆਉਂਦਾ ਆ, ਇਹ ਅੱਛੀ ਤਰ੍ਹਾਂ 'ਤੇ ਸਟਰਲਾਈਜ਼ ਕੀਤਾ ਹੁੰਦਾ ਹੈ, ਸਾਰੇ ਮਾਈਕਰੋ ਆਰਗੈਨਿਜ਼ਮਸ ਮਾਰੇ ਹੋਏ ਹੁੰਦੇ ਆ। ਸੋ ਸੋਡੀਅਮ ਹਾਈਡਰੋਕਸਾਈਡ ਦੇ ਨਾਲ ਇਹ ਜਦੋਂ NaCl ਵਾਟਰ ਦੇ ਨਾਲ ਲਿੰਕ ਕਰਦਾ ਆ ਤਾਂ ਸੋਡੀਅਮ ਹਾਈਡਰੋਕਸਾਈਡ ਸਾਨੂੰ ਬੇਸ ਦਿੰਦਾ ਆ, ਜੋ ਕਿ ਫਰਦਰ ਅਸੀਂ ਯੂਜ਼ ਕਰਦੇ ਫੋਰ ਸਰਟਨ ਪਰਪਸਿਸ। ਹੁਣ ਆ ਗਿਆ ਬਲੀਚਿੰਗ ਪਾਊਡਰ। ਬਲੀਚਿੰਗ ਪਾਊਡਰ ਮਤਲਬ ਕਿ ਕੈਲਸ਼ੀਅਮ ਹਾਈਡਰੋਕਸਾਈਡ ਅਤੇ ਕਲੋਰੀਨ ਜਦੋਂ ਆਪਸ 'ਚ ਰਿਐਕਟ ਕਰਦੇ ਤਾਂ ਸਾਡੇ ਕੋਲ ਬਲੀਚਿੰਗ ਪਾਊਡਰ ਮਿਲਦਾ। ਬਲੀਚਿੰਗ ਪਾਊਡਰ ਨੂੰ ਅਸੀਂ ਕਿੰਨੇ ਕੰਮਾਂ 'ਚ ਯੂਜ਼ ਕਰਦੇ ਹਾਂ? ਮਤਲਬ ਇੱਕ ਤਾਂ ਸਾਨੂੰ ਕਲੋਰੀਨ ਗੈਸ ਲਈ ਯੂਜ਼ ਹੁੰਦਾ ਆ। ਟੈਕਸਟ ਅਸੀਂ ਇੱਥੇ ਦੇਖਦੇ ਹਾਂ ਬਲੀਚਿੰਗ ਪਾਊਡਰ ਅਸੀਂ ਉਹਨੂੰ ਕੀ ਕਰਦੇ ਹਾਂ? ਅਗਰ ਸਪੋਜ਼ ਕਰੋ ਕਿ ਕਿਸੇ ਕਲਰ ਕੋਈ ਵੀ ਕੱਪੜਾ ਆ ਜਾਂ ਉਹਦੇ 'ਤੇ ਉੱਪਰ ਕਲਰ ਲੱਗ ਗਿਆ ਆ, ਤਾਂ ਅਸੀਂ ਬਲੀਚਿੰਗ ਪਾਊਡਰ, ਤੁਸੀਂ ਮੋਸਟਲੀ ਚੁੰਨੀਆਂ ਡਾਈ ਕਰਨ ਵਾਲਿਆਂ ਨੂੰ ਦੇਖਿਆ ਹੋਣਾ, ਪਹਿਲਾਂ ਉਹ ਕਲਰ ਉਤਾਰਦੇ ਆ, ਉਹਨੂੰ ਵਾਈਟ ਕਰਦੇ ਆ। ਅਸਲ ਦੇ ਵਿੱਚ ਉਹ ਬਲੀਚਿੰਗ ਪਾਊਡਰ ਹੀ ਹੁੰਦਾ। ਬਲੀਚ ਕੀ ਕਰਦੀ ਆ? ਉਸ ਚੀਜ਼ ਨੂੰ ਡਿਸਕਲਰਾਈਜ਼ ਕਰ ਦਿੰਦੀ ਆ, ਡੀਕਲਰਾਈਜ਼ ਕਰ ਦਿੰਦੀ ਆ, ਯਾਨੀ ਕਿ ਉਹਦਾ ਜਿਹੜਾ ਕਲਰ ਆ ਉਹਨੂੰ ਉਡਾ ਕੇ ਵਾਈਟ ਕਰ ਦਿੰਦੀ ਆ। ਸੋ ਬਲੀਚਿੰਗ ਪਾਊਡਰ ਦਾ ਇਹ ਮੇਨ ਕੰਮ ਆ। ਔਰ ਇਹ ਡਿਸਇਨਫੈਕਟੈਂਟ ਲਈ ਵੀ ਯੂਜ਼ ਕਰਦੇ ਆ ਔਰ ਆਕਸੀਡਾਈਜ਼ਿੰਗ ਏਜੰਟ ਵੀ ਯੂਜ਼ ਕਰਦੇ ਆ। ਬੇਕਿੰਗ ਸੋਡਾ ਅਸੀਂ ਇਹ ਸਾਨੂੰ ਪਤਾ ਅਸੀਂ ਘਰਾਂ 'ਚ ਯੂਜ਼ ਕਰਦੇ ਹਾਂ, ਪਰ ਇਹਨੂੰ ਅਸੀਂ ਐਂਟੈਸਿਡ ਵੀ ਯੂਜ਼ ਕਰਦੇ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸ ਦਿੱਤਾ ਆ। ਇਹਨੂੰ ਅਸੀਂ ਐਂਟੈਸਿਡ ਵੀ ਯੂਜ਼ ਕਰਦੇ ਹਾਂ ਔਰ ਇਹਦੇ ਨਾਲ ਹੀ ਟਾਰਟਰਿਕ ਅਤੇ ਸਿਟਰਿਕ ਐਸਿਡ ਮਿਲ ਕੇ ਇੱਕ ਨਵਾਂ ਸਾਲਟ ਵੀ ਬਣਾਉਂਦੇ ਆ। ਨੈਕਸਟ ਵੀ ਹੈ ਵਾਸ਼ਿੰਗ ਸੋਡਾ। ਵਾਸ਼ਿੰਗ ਸੋਡਾ ਸਾਨੂੰ ਜਨਰਲੀ ਪਤਾ ਹੀ ਹੈ ਕਿ ਅਸੀਂ ਉਹਨੂੰ ਵਾਸ਼ਿੰਗ ਲਈ ਯੂਜ਼ ਕਰਦੇ ਹਾਂ, ਐਜ਼ ਇੱਥੋਂ ਕਲੀਅਰ ਆ। ਪਰ ਇਹ ਸਾਨੂੰ ਮਿਲਦਾ ਕਿੱਦਾਂ? ਅਸਲ ਦੇ ਵਿੱਚ ਸੋਡੀਅਮ ਕਾਰਬੋਨੇਟ ਤੋਂ ਮਿਲਦਾ। ਅਸੀਂ ਉਹਨੂੰ ਹੀਟ ਕਰਦੇ ਹਾਂ ਵਿਦ ਬੇਕਿੰਗ ਸੋਡਾ, ਫਿਰ ਰੀਕ੍ਰਿਸਟਲਾਈਜੇਸ਼ਨ ਹੁੰਦੀ ਆ, ਮਤਲਬ ਕਿ ਇਹਨਾਂ ਦੋਨਾਂ ਨੂੰ ਹੀਟ ਕਰਨ 'ਤੇ ਸਾਡੇ ਕੋਲ ਕ੍ਰਿਸਟਲ ਬਣਦੇ ਆ, ਤਾਂ ਉਹ ਕੀ ਦਿੰਦੇ ਆ? ਸੋਡੀਅਮ ਕਾਰਬੋਨੇਟ ਬਣਦੇ ਆ। ਸੋਡੀਅਮ ਕਾਰਬੋਨੇਟ ਅੱਗੋਂ ਸਾਨੂੰ ਕੀ ਦਿੰਦਾ? ਵਾਸ਼ਿੰਗ ਸੋਡਾ। ਹੁਣ ਵਾਸ਼ਿੰਗ ਸੋਡਾ ਦੇ ਕੀ ਕੰਮ ਆ? ਪਹਿਲਾਂ ਤਾਂ ਆ ਗਿਆ ਉਹਨੂੰ ਗਲਾਸ ਸੋਪ ਪੇਪਰ ਇੰਡਸਟਰੀ ਲਈ ਯੂਜ਼ ਕਰਦੇ ਆ, ਫਿਰ ਉਹਨੂੰ ਸੋਡੀਅਮ ਕੰਪਾਊਂਡਸ ਬੋਰੈਕਸ ਇੱਕ ਬਹੁਤ, ਇਸ ਤੋਂ ਬੋਰਿਕ ਐਸਿਡ ਬਣਦਾ ਆ। ਬੋਰਿਕ ਐਸਿਡ ਜਿਹੜਾ ਆ ਇੱਕ ਆਪਾਂ ਯੂਜ਼ ਕਰਦੇ ਹਾਂ ਐਂਟੀ ਮਾਈਕਰੋਬੀਅਲ ਆ। ਅੱਖਾਂ ਦੇ ਵਿੱਚ ਜਿਹੜੇ ਆਈ ਡਰੋਪਸ ਪੈਂਦੇ ਆ ਉਹਦੇ ਵਿੱਚ ਬੋਰਿਕ ਐਸਿਡ ਯੂਜ਼ ਹੁੰਦਾ, ਪਰ ਇਹ ਤੋਂ ਬੋਰੈਕਸ ਤੋਂ ਅੱਗੋਂ ਬਣਦਾ ਆ। ਇਹਨੂੰ ਕਲੀਨਿੰਗ ਏਜੰਟ ਲਈ ਵੀ ਯੂਜ਼ ਕਰਦੇ ਹਾਂ ਜਾਂ ਫਿਰ ਪਰਮਾਨੈਂਟ ਹਾਰਡਨੈਸ ਆਫ ਵਾਟਰ ਨੂੰ ਰਿਮੂਵ ਕਰਨ ਲਈ। ਹੁਣ ਸਭ ਤੋਂ ਨੈਕਸਟ ਆ ਗਿਆ ਸਾਡੇ ਕੋਲ ਵਾਟਰ ਆਫ ਕ੍ਰਿਸਟਲਾਈਜੇਸ਼ਨ। ਤੁਸੀਂ ਬਹੁਤ ਸਾਰੀਆਂ ਰਿਐਕਸ਼ਨਸ ਦੇਖੀਆਂ ਹੋਈਆਂ, ਉਹਦੇ ਵਿੱਚ ਇੱਦਾਂ ਕਰਕੇ ਲਿਖਿਆ ਹੁੰਦਾ, ਕਦੀ ਲਿਖਿਆ ਹੁੰਦਾ .10H2O .7H2, ਇਹਦਾ ਮਤਲਬ ਹੈ ਵਾਟਰ ਆਫ ਕ੍ਰਿਸਟਲਾਈਜੇਸ਼ਨ। ਕੋਈ ਵੀ ਰਿਐਕਸ਼ਨ ਹੁੰਦੀ ਹੈ ਉਹਦੇ ਵਿੱਚ ਵਾਟਰ ਆਫ ਕ੍ਰਿਸਟਲਾਈਜੇਸ਼ਨ ਦਾ ਬਹੁਤ ਇੰਪੋਰਟੈਂਟ ਰੋਲ ਆ। ਉਹ ਐਜ਼ ਇਟ ਇਜ਼ ਫਿਕਸਡ ਰਹਿੰਦੀ ਹੈ, ਉਹ ਚੇਂਜ ਨਹੀਂ ਹੁੰਦੀ। ਇਹ ਕਿਉਂ ਹੁੰਦੀ ਹੈ? ਕਿ ਇਹਨੂੰ ਹਾਈਡਰੇਟਿਡ ਕਹਿੰਦੇ ਆ, ਮਤਲਬ ਕਿ ਇਹਦੇ 'ਚ ਥੋੜ੍ਹਾ ਜਿਹਾ ਮੋਇਸਚਰ ਕੰਟੈਂਟ ਹੁੰਦਾ ਹੈ, ਇਹਨੂੰ ਹਾਈਡਰੇਟਿਡ ਕਹਿੰਦੇ ਆ। ਕਿ ਜਾਂ ਤਾਂ ਅਗਰ ਇਹ ਐਟਮੋਸਫੇਅਰ ਦੇ ਕੰਟੈਂਟ 'ਚ ਆ ਜਾਏ ਤਾਂ ਫਿਰ ਇਹ ਗਿੱਲੇ ਹੋ ਜਾਂਦੇ ਆ। ਇਸ ਕਰਕੇ ਇਹਨਾਂ ਦਾ ਹਾਈਡਰੇਟਿਡ ਰਹਿਣਾ ਬਹੁਤ ਜ਼ਰੂਰੀ ਹੈ। ਇਹ ਸੁੱਕੇ ਨਹੀਂ ਮਿਲਦੇ, ਹਮੇਸ਼ਾ ਇਸ ਤਰੀਕੇ ਦੇ ਨਾਲ ਹੀ ਮਿਲਦੇ। ਵਾਟਰ ਆਫ ਕ੍ਰਿਸਟਲਾਈਜੇਸ਼ਨ ਇਹਨੂੰ ਕਹਿੰਦੇ ਔਰ ਇੱਦਾਂ ਹੀ ਮਿਲਦੇ।
So this was all. Next we have plaster of Paris. ਇਹਦਾ ਫਿਕਸ ਫਾਰਮੂਲਾ ਹੈ CaSO4 ਕੈਲਸ਼ੀਅਮ ਸਲਫੇਟ ਨਾਲ ਇਹਦੇ ਹਾਫ ਵਾਟਰ ਆਫ ਕ੍ਰਿਸਟਲਾਈਜੇਸ਼ਨ ਇੱਦਾਂ ਹੀ ਰਹਿੰਦਾ, ਇਹਨੂੰ ਕਹਿੰਦੇ ਆ ਪਲਾਸਟਰ ਆਫ ਪੈਰਿਸ। ਪਲਾਸਟਰ ਆਫ ਪੈਰਿਸ ਅਸੀਂ ਜਿਹੜਾ ਯੂਜ਼ ਕਰਦੇ ਹਾਂ, ਇਹ ਆਪਾਂ ਯੂਜ਼ ਕਰਦੇ ਹਾਂ ਜਦੋਂ ਘਰ ਦੇ ਵਿੱਚ POP ਜਿਹਨੂੰ ਕਹਿੰਦੇ ਆ, POP ਕਰਨ ਵਾਸਤੇ ਉਹਦੇ ਲਈ ਯੂਜ਼ ਕਰਦੇ ਹਾਂ। ਸੋ ਪਲਾਸਟਰ ਆਫ ਪੈਰਿਸ ਤੋਂ ਅੱਗੇ ਨੈਕਸਟ ਸਾਡੇ ਕੋਲ ਆਹ ਵਾਲੀ ਹੈ। ਪਲਾਸਟਰ ਆਫ ਪੈਰਿਸ ਤੋਂ ਕੀ ਬਣਦਾ? ਜਿਪਸਮ ਵੀ ਇੱਕ ਸੇਮ ਤਰ੍ਹਾਂ ਦੀ ਕੁਆਲਿਟੀ ਹੈ ਜਿਹਨੂੰ ਅਸੀਂ ਯੂਜ਼ ਕਰਦੇ ਹਾਂ। ਪਲਾਸਟਰ ਆਫ ਪੈਰਿਸ ਮਤਲਬ ਮੇਨ ਸਾਡੇ ਕੋਲ ਜਿਹੜੀ ਰਿਐਕਸ਼ਨ ਉਹ ਇਹੀ ਹੈ। ਪਲਾਸਟਰ ਆਫ ਪੈਰਿਸ ਦਾ ਫਾਰਮੂਲਾ ਕੀ ਹੈ? CaSO4 ਡੋਟ ਹਾਫ ਵਾਟਰ ਆਫ ਕ੍ਰਿਸਟਲਾਈਜੇਸ਼ਨ। ਸੋ ਦਿਸ ਵਾਜ਼ ਆਲ ਅਬਾਊਟ ਦ ਚੈਪਟਰ। ਥੈਂਕ ਯੂ।